ਹੈਲੋ एवरीवन ਵੈਲਕਮ ਟੂ ਆਲ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਪੀਐਸ ਟੈਟ ਸੀਰੀਜ਼ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਵਿੱਚ ਕਿ ਅਸੀਂ ਐਸਐਸਟੀ ਦੇ ਜੋ 60 ਕੁਐਸਚਨ ਨੇ ਉਹਨਾਂ ਨੂੰ ਕਵਰ ਕਰਦੇ ਹਾਂ ਔਰ ਹਰ ਪੇਪਰ ਨੂੰ ਅਸੀਂ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ। ਲਗਭਗ 25 ਤੋਂ 30 ਕੁਐਸਚਨ ਅਸੀਂ ਇੱਕ ਪੇਪਰ ਦੇ ਵਿੱਚ ਕਰ ਲੈਂਦੇ ਹਾਂ, ਇੱਕ ਵੀਡੀਓ ਦੇ ਵਿੱਚ ਕਰ ਲੈਂਦੇ ਹਾਂ, ਅਤੇ ਲਗਭਗ 25 ਤੋਂ 30 ਕੁਐਸਚਨ ਜਿਹੜੇ ਬਚ ਜਾਂਦੇ ਨੇ ਉਹ ਅਸੀਂ ਦੂਸਰੀ ਵੀਡੀਓ ਦੇ ਵਿੱਚ ਕਵਰ ਕਰ ਲੈਂਦੇ ਹਾਂ। ਅਜਿਹਾ ਇਸ ਕਰਕੇ ਤਾਂ ਕਿ ਤੁਹਾਨੂੰ ਐਕਸਪਲੇਨੇਸ਼ਨ ਚੰਗੀ ਤਰ੍ਹਾਂ ਮਿਲ ਜਾਵੇ। दूसरी चीज़, जिमें कि तुहानूं पता है कि ये जो पेपर ने 2011 तो लेने शुरू किए सीगे सरकार ने, तो हुण तक 2020 तक इन्होंने 8 पेपर टोटल लेते हैं। 8 ਦੇ ਵਿੱਚੋਂ ਅਸੀਂ 4 डिस्कस कर चुके हैं ऑलरेडी, तो यह वाला जो पेपर ਅਸੀਂ शुरू कर रहे हैं, यह साडा 5वां पेपर है। ਇਹ पेपर उन्होंने लिया सीगा दिसंबर 2015 ਦੇ ਵਿੱਚ पेपर लिया सीगा, ਤੇ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਸਾਡਾ ਫਸਟ ਕੁਐਸਚਨ ਹੈ ਜੋ 91 ਨੰਬਰ ਕੁਐਸਚਨ ਐਸਐਸਟੀ ਪੋਰਸ਼ਨ ਦਾ, ਕਿ ਹੇਠ ਲਿਖਿਆਂ ਵਿੱਚੋਂ ਕਿਹੜੇ ਜੋੜੇ ਜਿਹੜੇ ਨੇ ਉਹ ਗਲਤ ਨੇ। ਮਤਲਬ ਕਿ ਇਹਨਾਂ ਦੇ ਵਿੱਚੋਂ ਜਿਹੜਾ ਜੋੜਾ ਹੈ ਗਲਤ ਹੈ, ਕਿ ਸਭ ਤੋਂ ਜ਼ਿਆਦਾ ਚਮਕਦਾਰ ਗ੍ਰੇ ਬੁੱਧ ਹੁੰਦਾ ਹੈ, ਜਾਂ ਫਿਰ ਸਭ ਤੋਂ ਜ਼ਿਆਦਾ ਦੂਰੀ ਵਾਲਾ ਗ੍ਰੇ ਪਲੂਟੋ ਹੈ, ਜਾਂ ਫਿਰ ਲਾਲ ਗ੍ਰੇ ਜਿਹੜਾ ਉਹ ਮੰਗਲ ਨੂੰ ਕਹਿੰਦੇ ਹਾਂ ਅਸੀਂ, ਜਾਂ ਫਿਰ ਸਭ ਤੋਂ ਵੱਡਾ ਗ੍ਰੇ ਸ਼ੁੱਕਰ ਨੂੰ ਕਹਿੰਦੇ ਹਾਂ ਅਸੀਂ। ਅਗਰ ਤਾਂ ਅਸੀਂ ਗਾਇਸ ਗੱਲ ਕਰਦੇ ਹਾਂ 2015 ਦੀ, ਉਸ ਦੇ ਹਿਸਾਬ ਨਾਲ ਇਹ ਕੁਐਸਚਨ ਠੀਕ ਹੈ। ਬਟ ਅਗਰ ਅਸੀਂ ਗੱਲ ਕਰਦੇ ਹਾਂ ਹੁਣ ਦੀ 2020 ਦੀ 2021 ਦੀ, ਤਾਂ ਥੋੜ੍ਹੀ ਜਿਹੇ ਇਹਦੇ 'ਚ ਚੇਂਜਸ ਆਉਣਗੀਆਂ, ਅਸੀਂ ਉਹ ਡਿਸਕਸ ਕਰ ਲਈਏ। ਸਭ ਤੋਂ ਪਹਿਲਾਂ ਇਹ ਕੁਐਸਚਨ ਜੋ ਪੁੱਟ ਕਰ ਰਹੇ ਨੇ ਕਿ ਸਭ ਤੋਂ ਜ਼ਿਆਦਾ ਚਮਕਦਾਰ ਜਿਹੜਾ ਗ੍ਰੇ ਉਹ ਬੁੱਧ ਆ, ਨਹੀਂ, ਸਭ ਤੋਂ ਜ਼ਿਆਦਾ ਜੋ ਚਮਕਦਾਰ ਗ੍ਰੇ ਆ ਉਹ ਹੈਗਾ ਹੈ ਸਾਡੇ ਕੋਲੇ ਵੀਨਸ। ਸ਼ੁੱਕਰ ਗ੍ਰੇ ਆ ਜਿਹੜਾ ਸਭ ਤੋਂ ਜ਼ਿਆਦਾ ਚਮਕਦਾਰ ਆ, ਤਾਂ ਮਤਲਬ ਕਿ ਪਹਿਲੀ ਜਿਹੜੀ ਸਾਡੀ ਆਪਸ਼ਨ ਹੈ ਤਾਂ ਗਲਤ ਹੋ ਗਈ। ਦੂਸਰਾ ਕਿ ਸਭ ਤੋਂ ਜ਼ਿਆਦਾ ਦੂਰੀ ਵਾਲਾ ਜਿਹੜਾ ਗ੍ਰੇ ਆ ਉਹ ਪਲੂਟੋ ਆ। ਫਿਲਹਾਲ ਅਗਰ ਅਸੀਂ ਇਸ ਕੁਐਸਚਨ ਦੇ ਅਕੋਰਡਿੰਗ ਚੱਲੀਏ, 2015 ਦੇ ਅਕੋਰਡਿੰਗ ਚੱਲੀਏ, ਤਾਂ ਇਹ ਵਾਲੀ ਆਪਸ਼ਨ ਸਾਡੀ ਸਹੀ ਆ। ਬਟ ਅੱਜ ਕੱਲ੍ਹ ਅਸੀਂ ਪਲੂਟੋ ਨੂੰ ਡਵਾਰਫ ਗ੍ਰੇ ਡਵਾਰਫ ਪਲੈਨਟ ਦਾ ਦਰਜਾ ਦੇ ਦਿੱਤਾ ਹੈ। ਮਤਲਬ ਕਿ ਅੱਜ ਕੱਲ੍ਹ ਇਹ ਵਾਲਾ ਗ੍ਰੇ, ਇਹ ਵਾਲਾ ਪਲੈਨਟ ਐਗਜ਼ਿਸਟ ਨਹੀਂ ਕਰਦਾ। ਅੱਜ ਕੱਲ੍ਹ ਇਹ ਵਾਲਾ ਪਲੈਨਟ ਨਹੀਂ ਹੈਗਾ। ਜਿਸ ਟਾਈਮ ਪਲੂਟੋ ਹੁੰਦਾ ਸੀ ਉਸ ਟਾਈਮ ਸਾਡੇ ਕੋਲੇ 9 ਪਲੈਨਟ ਹੁੰਦੇ ਸੀਗੇ, ਬਟ ਅੱਜ ਕੱਲ੍ਹ ਸਾਡੇ ਕੋਲੇ 8 ਪਲੈਨਟ ਨੇ। ਮਤਲਬ ਕਿ ਅੱਜ ਕੱਲ੍ਹ ਪਲੂਟੋ ਪਲੈਨਟ ਨਹੀਂ ਹੈਗਾ। ਤਾਂ ਫਿਰ ਸਭ ਤੋਂ ਜ਼ਿਆਦਾ ਦੂਰੀ ਵਾਲਾ ਪਲੈਨਟ ਕਿਹੜਾ ਹੋਵੇਗਾ ਅੱਜ ਦੇ ਅਕੋਰਡਿੰਗ? ਤਾਂ ਅੱਜ ਦੇ ਅਕੋਰਡਿੰਗ ਜਿਹੜਾ ਸਭ ਤੋਂ ਦੂਰੀ ਵਾਲਾ ਪਲੈਨਟ ਹੋਵੇਗਾ ਉਹ ਹੋਵੇਗਾ ਨੈਪਚੂਨ। ਇਸ ਤੋਂ ਬਾਅਦ ਸਾਡੇ ਕੋਲੇ ਫਿਲਹਾਲ ਅਸੀਂ ਇਸ ਕੁਐਸਚਨ ਦੇ ਅਕੋਰਡਿੰਗ ਚੱਲਣਾ ਔਰ ਅਸੀਂ 2015 ਦੇ ਅਕੋਰਡਿੰਗ ਚੱਲਣਾ, ਤਾਂ ਇਹ ਵਾਲੀ ਆਪਸ਼ਨ ਠੀਕ ਹੈ। ਨੈਕਸਟ ਸਾਡੇ ਕੋਲੇ ਆ ਰਿਹਾ ਹੈ ਕਿ ਲਾਲ ਗ੍ਰੇ ਆ ਜਿਹੜਾ ਰੈੱਡ ਪਲੈਨਟ ਆ ਉਹ ਮਾਰਸ ਆ। ਇਹ ਵਾਲਾ ਬਿਲਕੁਲ ਠੀਕ ਹੈ। ਲਾਲ ਗ੍ਰੇ ਅਸੀਂ ਮਾਰਸ ਨੂੰ ਹੀ ਕਹਿੰਦੇ ਹਾਂ, ਮੰਗਲ ਨੂੰ ਹੀ ਕਹਿੰਦੇ ਹਾਂ ਅਸੀਂ। ਨੈਕਸਟ ਸਾਡੇ ਕੋਲੇ ਆ ਰਿਹਾ ਕਿ ਸਭ ਤੋਂ ਵੱਡਾ ਜਿਹੜਾ ਪਲੈਨਟ ਆ ਉਹ ਸ਼ੁੱਕਰ ਆ। ਨਹੀਂ, ਇਹ ਗਲਤ ਆ। ਸਭ ਤੋਂ ਵੱਡਾ ਜਿਹੜਾ ਪਲੈਨਟ ਆ ਉਹ ਜੁਪੀਟਰ ਆ। ਹੁਣ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਊਗੀ ਕਿ ਇਹ ਵਾਲਾ ਕੁਐਸਚਨ ਆ ਜਿਹੜਾ ਅਸੀਂ ਪਿਛਲੇ ਪੇਪਰ 'ਚ ਵੀ ਸੌਰਟ ਆਊਟ ਕਰ ਚੁੱਕੇ ਹਾਂ। ਤੁਹਾਨੂੰ ਪਿਛਲੇ ਪੇਪਰ 'ਚ ਵੀ ਦੱਸਿਆ ਸੀਗਾ ਕਿ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸੂਗਾ ਜਿਹਦੇ ਵਿੱਚ ਤੁਸੀਂ ਦੂਰੀ ਔਰ ਜਿਹਦੇ ਵਿੱਚ ਤੁਸੀਂ ਸਾਈਜ਼, ਇਹਨਾਂ ਦੋਨੇ ਚੀਜ਼ਾਂ ਨੂੰ ਆਸਾਨੀ ਦੇ ਨਾਲ ਯਾਦ ਕਰ ਲਓਗੇ। ਤੁਹਾਨੂੰ ਸਿਰਫ ਇੱਕ ਵਾਰ ਸੁਣਨ ਦੀ ਲੋੜ ਆ, ਤੁਸੀਂ ਭੁੱਲੋਗੇ ਨਹੀਂ। ਮਤਲਬ ਕਿ ਕੁਐਸਚਨ ਰਿਪੀਟ ਹੋ ਰਹੇ ਨੇ ਕੁਛ ਇੱਕ ਇੰਪੋਰਟੈਂਟ ਟੌਪਿਕਸ ਦੇ ਵਿੱਚੋਂ, ਜਿਵੇਂ ਕਿ ਫੰਡਾਮੈਂਟਲ ਰਾਈਟਸ ਦੇ ਵਿੱਚੋਂ ਹਰ ਵਾਰੀ ਕੁਐਸਚਨ ਆਉਂਦਾ ਹੈ, ਡੀਪੀਐਸਪੀ ਦੇ ਵਿੱਚੋਂ ਕੁਐਸਚਨ ਆਉਂਦਾ ਹੈ, ਜਾਂ ਫਿਰ ਪਲੈਨਟ ਅਰਥ ਦੇ ਵਿੱਚੋਂ ਕੁਐਸਚਨ ਆ ਜਾਂਦਾ ਹੈ ਹਰ ਵਾਰੀ। ਖੈਰ, ਆਪਾਂ ਦੇਖਦੇ ਹਾਂ ਕਿ ਇਸ ਦਾ ਸਹੀ ਆਨਸਰ ਕੀ ਹੋਵੇਗਾ। ਸਾਡੇ ਕੋਲ ਇੱਕ ਤਾਂ ਪਹਿਲੀ ਆਪਸ਼ਨ ਗਲਤ ਹੋ ਗਈ, ਪਹਿਲਾ ਆਪਸ਼ਨ ਜਿਹੜਾ ਉਹ ਗਲਤ ਹੋ ਗਿਆ, ਅਤੇ ਦੂਸਰਾ ਸਾਡੇ ਕੋਲੇ ਹੋ ਗਿਆ ਲਾਰਜੈਸਟ ਪਲੈਨਟ ਸ਼ੁੱਕਰ, ਇਹ ਵੀ ਗਲਤ ਹੋ ਗਿਆ। ਸੋ ਸਾਡੀ ਜੋ ਸਹੀ ਆਪਸ਼ਨ ਹੈ ਉਹ ਹੈ ਪਹਿਲੀ ਅਤੇ ਚੌਥੀ। ਅਸੀਂ ਇਹੀ ਪਤਾ ਕਰਨਾ ਸੀ ਨਾ ਕਿ ਹੇਠ ਲਿਖਿਆਂ 'ਚੋਂ ਕਿਹੜੇ ਜੋੜੇ ਗਲਤ ਹਨ, ਤਾਂ ਪਹਿਲਾ ਅਤੇ ਚੌਥਾ ਜੋੜੇ ਨੇ ਜਿਹੜੇ ਉਹ ਗਲਤ ਨੇ, ਬਾਕੀ ਠੀਕ ਨੇ। ਵੈਸੇ ਤਾਂ ਅਗਰ ਮੈਂ ਅੱਜ ਦੇ ਅਕੋਰਡਿੰਗ ਚੱਲਾਂ ਤਾਂ ਇੱਥੇ ਅਸੀਂ ਸੈਕਿੰਡ ਆਪਸ਼ਨ ਵੀ ਨਾਲ ਜੋੜਾਂਗੇ ਅੱਜ ਦੇ ਅਕੋਰਡਿੰਗ, ਬਟ ਉਸ ਦੇ ਅਕੋਰਡਿੰਗ 2015 ਦੇ ਅਕੋਰਡਿੰਗ ਇਹੀ ਹੈ। ਨੈਕਸਟ ਕੁਐਸਚਨ ਅਸੀਂ ਕਵਰ ਕਰਦੇ ਹਾਂ ਕਿ 49th ਸਮਾਨਾਂਤਰ ਸੀਮਾ ਰੇਖਾ ਵਿਚਕਾਰ ਦੇਸ਼ ਵਿਚਕਾਰ ਹੈ। 49th ਸਮਾਨਾਂਤਰ ਸੀਮਾ ਰੇਖਾ ਪੈਰਲਲ ਇਜ਼ ਲਾਈਨ ਅਸੀਂ ਕਰਦੇ ਹਾਂ ਨਾ, ਤੁਹਾਨੂੰ ਮੈਂ ਦੱਸਿਆ ਸੀਗਾ ਕਿ ਕੁਛ ਇੱਕ ਲੈਟੀਟਿਊਡ ਨੇ, ਕੁਛ ਇੱਕ ਲੌਂਗੀਟਿਊਡ ਨੇ। ਤਾਂ ਜਿਹੜੇ ਆਹ ਵਾਲਾ ਲੈਟੀਟਿਊਡ ਆ ਸਾਡਾ, ਇਹ ਲੈਟੀਟਿਊਡ 49th ਨੰਬਰ ਜੋ ਲੈਟੀਟਿਊਡ ਉਹ ਕਿਸ ਦੇ ਵਿਚਕਾਰ ਆ, ਉਸ ਦੀ ਅਸੀਂ ਇਹ ਗੱਲ ਕਰ ਰਹੇ ਨੇ। ਸਾਡੇ ਕੋਲ ਆਪਸ਼ਨਸ ਨੇ ਭਾਰਤ ਅਤੇ ਭੂਟਾਨ, ਅਫਰੀਕਾ ਅਤੇ ਭਾਰਤ, ਪਾਕਿਸਤਾਨ ਅਤੇ ਚੀਨ, USA ਅਤੇ ਕੈਨੇਡਾ। ਤਾਂ ਇਸ ਦੀ ਜੋ ਸਹੀ ਆਨਸਰ ਹੈ ਉਹ ਹੈ USA ਅਤੇ ਕੈਨੇਡਾ। ਨੈਕਸਟ ਕਿ ਹੇਠ ਲਿਖਿਆਂ ਨੂੰ ਸਾਨੂੰ ਮਿਲਾਉਣਾ, ਇਹਨਾਂ ਦਾ ਮਿਲਾਨ ਕਰਨਾ ਹੈ। ਤਾਂ ਇਹਦੇ ਵਿੱਚ ਸਾਡੇ ਕੋਲ ਜੋ ਫੈਥੋਮੀਟਰ ਆ ਗਿਆ, ਕਰੋਨੋਮੀਟਰ ਆ ਗਿਆ, ਐਨੀਮੋਮੀਟਰ ਆ ਗਿਆ ਅਤੇ ਹਾਈਡਰੋਮੀਟਰ ਆ ਗਿਆ, ਜਿਨ੍ਹਾਂ ਦੇ ਵਿੱਚੋਂ ਕੋਈ ਮਹਾਸਾਗਰ ਦੀ ਡੂੰਘਾਈ ਮਾਪਦਾ ਹੈ, ਕੋਈ ਹਵਾ ਦੀ ਸਪੀਡ ਮਾਪਦਾ ਹੈ, ਅਲੱਗ-ਅਲੱਗ ਨੇਗੇ। ਦੇਖਦੇ ਹਾਂ ਜੋ ਸਾਡੇ ਕੋਲ ਹੈ ਫੈਥੋਮੀਟਰ। ਅਗਰ ਅਸੀਂ ਫੈਥੋਮੀਟਰ ਦੀ ਗੱਲ ਕਰੀਏ, ਫੈਥੋਮੀਟਰ ਹੁੰਦਾ ਹੈ ਗਾਇਜ਼ ਮਹਾਸਾਗਰ ਦੀ ਡੂੰਘਾਈ ਨੂੰ ਮਾਪਣ ਵਾਲਾ ਯੰਤਰ, ਕਿ ਮਹਾਸਾਗਰ ਕਿੰਨਾ ਡੂੰਘਾ ਉਸਨੂੰ ਅਸੀਂ ਫੈਥੋਮੀਟਰ ਕਹਿ ਦਿੰਦੇ ਹਾਂ। ਦੂਸਰਾ ਸਾਡੇ ਕੋਲ ਆ ਗਿਆ ਕਰੋਨੋਮੀਟਰ। ਕਰੋਨੋਮੀਟਰ ਹੁੰਦਾ ਹੈ
ਸਹੀ ਸਮਾਂ ਦੱਸਣ ਵਾਲਾ ਯੰਤਰ। ਇਸ ਤੋਂ ਬਾਅਦ ਸਾਡੇ ਕੋਲੇ ਆ ਗਿਆ ਐਨੀਮੋਮੀਟਰ। ਐਨੀਮੋਮੀਟਰ ਹੁੰਦਾ ਹੈ ਸਾਡੇ ਕੋਲੇ ਹਵਾ ਦੀ ਰਫ਼ਤਾਰ ਨੂੰ ਮਾਪਣ ਵਾਲਾ ਯੰਤਰ। ਤੇ ਹਾਈਡਰੋਮੀਟਰ ਜਿਹੜਾ ਕਿ ਹਵਾ ਵਿਚਲੀ ਨਮੀ ਨੂੰ ਮਾਪਦਾ ਹੈ, ਹਿਊਮਿਡਿਟੀ ਨੂੰ ਮਾਪਦਾ ਹੈ, ਉਸ ਨੂੰ ਅਸੀਂ ਹਾਈਡਰੋਮੀਟਰ ਕਹਿ ਦਿੰਦੇ ਹਾਂ। ਤਾਂ ਇਸ ਹਿਸਾਬ ਨਾਲ ਏ ਦਾ ਦੂਸਰਾ, ਬੀ ਦਾ ਚੌਥਾ, ਏ ਦਾ ਦੂਸਰਾ ਆ ਪਿਆ ਸਾਡੇ ਕੋਲੇ, ਬੀ ਦਾ ਚੌਥਾ ਆ ਪਿਆ। ਹੋਰ ਕੋਈ ਆਪਸ਼ਨ ਹੈਗੀ ਨਹੀਂ, ਅਦਰਵਾਈਜ਼ ਅਸੀਂ ਉਹਨਾਂ ਨੂੰ ਐਲੀਮੀਨੇਟ ਕਰ ਦਿੰਦੇ। ਇਸ ਤਰ੍ਹਾਂ ਦੀ ਆਪਸ਼ਨ ਦੇ ਵਿੱਚ ਸਾਡੇ ਕੋਲੇ ਫਾਇਦਾ ਇਹ ਹੋ ਜਾਂਦਾ ਕਿ ਸਾਨੂੰ ਅਗਰ ਇਹਨਾਂ 'ਚੋਂ ਚਾਰਾਂ ਦੇ ਵਿੱਚੋਂ ਕੋਈ ਇੱਕ ਵੀ ਸਹੀ ਹੁੰਦਾ ਹੈ ਤਾਂ ਅਸੀਂ ਆਪਸ਼ਨ ਐਲੀਮੀਨੇਸ਼ਨ ਕਰਨ ਦੇ ਵਿੱਚ ਸਾਨੂੰ ਫਾਇਦਾ ਮਿਲ ਜਾਂਦਾ ਹੈ। ਠੀਕ ਹੈ, ਸੋ ਏ ਦਾ ਦੂਸਰਾ ਆ ਗਿਆ, ਬੀ ਦਾ ਚੌਥਾ ਆ ਗਿਆ, ਸੀ ਦਾ ਸਾਡੇ ਕੋਲੇ ਪਹਿਲਾ ਆਊਗਾ, ਹਵਾ ਨੂੰ ਮਾਪਣ ਵਾਲਾ ਯੰਤਰ ਪਹਿਲਾ ਪਿਆ ਸਾਡੇ ਕੋਲੇ ਸੀ ਦਾ, ਤੇ ਡੀ ਦਾ ਸਾਡੇ ਕੋਲੇ ਤੀਸਰਾ ਆ ਗਿਆ। ਸੋ ਸਾਡਾ ਜੋ ਸਹੀ ਆਨਸਰ ਹੈ ਉਹ ਹੈ ਆਪਸ਼ਨ ਬੀ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਪਹਿਲੀ ਰੇਲ ਮੁੰਬਈ ਤੋਂ ਥਾਣੇ ਤੱਕ ਡੈਸ਼ ਈਸਵੀ ਨੂੰ ਚੱਲੀ ਸੀ। ਇਹ ਵੀ ਪਿਛਲੇ ਕੁਛ ਇੱਕ ਪੇਪਰ ਦੇ ਵਿੱਚ ਇੰਪੋਰਟੈਂਟ ਕੁਐਸਚਨ ਰਿਹਾ ਹੈ। ਜਿਹੜੀ ਮੁੰਬਈ ਤੋਂ ਥਾਣੇ ਤੱਕ ਪਹਿਲੀ ਰੇਲ ਚੱਲੀ ਸੀਗੀ ਉਹ ਸੀਗੀ 1853 ਦੇ ਵਿੱਚ। ਨੈਕਸਟ ਕੁਐਸਚਨ ਸਾਡੇ ਕੋਲੇ ਆ ਰਿਹਾ ਹੈ ਕਿ ਵਾਯੂਮੰਡਲ ਦੀ ਕਿਹੜੀ ਪਰਤ ਨੂੰ ਸਭ ਤੋਂ ਜ਼ਿਆਦਾ ਠੰਡੀ ਪਰਤ ਮੰਨਿਆ ਜਾਂਦਾ ਹੈ? ਟ੍ਰੋਪੋਸਫੇਅਰ ਨੂੰ, ਸਟ੍ਰੇਟੋਸਫੇਅਰ ਨੂੰ, ਮੈਸੋਸਫੇਅਰ ਨੂੰ, ਜਿਹਨੂੰ ਪੰਜਾਬੀ 'ਚ ਸ਼ਾਂਤ ਮੰਡਲ, ਤਾਪ ਮੰਡਲ, ਮੱਧ ਮੰਡਲ ਵਗੈਰਾ ਵਗੈਰਾ ਕਹਿ ਦਿੰਦੇ ਆ। ਇਸ ਦੀ ਗਾਇਸ ਤੁਸੀਂ ਸੀਰੀਜ਼ ਲਿਖ ਲਓ। ਜਿਹੜੇ ਮਾਹੌਲ ਦੇ ਵਿੱਚ, ਜਿਹੜੇ ਮੌਸਮ ਦੇ ਵਿੱਚ ਅਸੀਂ ਰਹਿੰਦੇ ਹਾਂ, ਜਿਹੜੇ ਸਫੇਅਰ ਦੇ ਵਿੱਚ ਅਸੀਂ ਰਹਿੰਦੇ ਹਾਂ, ਜਿਹੜੇ ਸਫੇਅਰ ਦੇ ਵਿੱਚ ਜੀਵਨ ਆ, ਜਾਂ ਇਹ ਕਹਿ ਸਕਦੇ ਹਾਂ ਅਸੀਂ, ਉਸ ਸਫੇਅਰ ਨੂੰ ਅਸੀਂ ਕਹਿੰਦੇ ਹਾਂ ਟ੍ਰੋਪੋਸਫੇਅਰ। ਉਸ ਸਫੇਅਰ ਨੂੰ ਅਸੀਂ ਕਹਿੰਦੇ ਹਾਂ ਟ੍ਰੋਪੋਸਫੇਅਰ, ਜਾਂ ਸਿੰਪਲੀ ਅਸੀਂ ਕਹਿ ਸਕਦੇ ਹਾਂ ਕਿ ਅਸ਼ਾਂਤ ਮੰਡਲ। ਇਸ ਤੋਂ ਬਾਅਦ ਸਾਡੇ ਕੋਲੇ ਆਉਂਦਾ ਹੈ ਸੈਕਿੰਡ ਨੰਬਰ 'ਤੇ, ਉਹ ਸਾਡੇ ਕੋਲੇ ਆਉਂਦਾ ਸਟ੍ਰੇਟੋਸਫੇਅਰ। ਇਹ ਹੋ ਗਿਆ ਸਾਡਾ ਸਮਤਾਪ ਮੰਡਲ, ਸਟ੍ਰੇਟੋਸਫੇਅਰ। ਇਹਨੂੰ ਅਸੀਂ ਡਿਟੇਲ ਦੇ ਵਿੱਚ ਕਰਾਂਗੇ ਜਦੋਂ ਸਾਡੇ ਲੈਕਚਰਸ ਹੋਣਗੇ। ਕਾਫੀ ਇੰਟਰਸਟਿੰਗ ਟੌਪਿਕ ਆ ਇਹ। ਇਸ ਤੋਂ ਬਾਅਦ ਸਾਡੇ ਕੋਲੇ ਆਉਂਦਾ ਹੈ ਮੈਜ਼ੋਸਫੇਅਰ, ਮੱਧ ਮੰਡਲ। ਤੇ ਇਸ ਤੋਂ ਬਾਅਦ ਸਾਡੇ ਕੋਲੇ ਆਉਂਦਾ ਹੈ ਮੈਜ਼ੋਸਫੇਅਰ ਨੂੰ ਅੱਗੇ ਥਰਮੋਸਫੇਅਰ। ਥਰਮੋਸਫੇਅਰ ਆ ਜਿਹੜਾ ਅੱਗੇ ਇਹ 2 ਪਾਰਟਸ ਦੇ ਵਿੱਚ ਡਿਵਾਈਡ ਹੋ ਜਾਂਦਾ, ਇੱਕ ਤਾਂ ਥਰਮੋਸਫੇਅਰ ਹੀ ਰਹਿੰਦਾ ਤੇ ਇੱਕ ਆਇਨੋਸਫੇਅਰ ਬਣ ਜਾਂਦਾ ਹੈ। ਇਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਐਗਜ਼ੋਸਫੇਅਰ। ਇਸ ਤਰੀਕੇ ਨਾਲ ਇਹ ਕੁਛ 4-5 ਇੱਕ ਪੋਰਸ਼ਨ ਦੇ ਵਿੱਚ ਡਿਵਾਈਡ ਕੀਤੀ ਹੋਈ ਆ। ਤੇ ਹੁਣ ਇਹ ਪੁੱਛ ਰਹੇ ਨੇ ਕਿ ਸਭ ਤੋਂ ਜ਼ਿਆਦਾ ਠੰਡੀ ਪਰਤ ਕਿਹੜੀ ਆ? ਤਾਂ ਸਭ ਤੋਂ ਜ਼ਿਆਦਾ ਜਿਹੜੀ ਠੰਡੀ ਪਰਤ ਉਹ ਹੈਗੀ ਆ ਮੈਸੋਸਫੇਅਰ। ਸੋ ਇਹ ਹੋ ਗਏ ਸਾਡੇ 95 ਨੰਬਰ ਕੁਐਸਚਨ ਤੱਕ। ਨੈਕਸਟ ਅਸੀਂ ਡਿਸਕਸ ਕਰ ਰਹੇ ਹਾਂ ਨੈਕਸਟ ਕੁਐਸਚਨ। ਸਾਡੇ ਕੋਲੇ ਜੋ ਕੁਐਸਚਨ ਆ ਰਿਹਾ ਹੈ ਕੁਐਸਚਨ ਨੰਬਰ 96। ਕੁਐਸਚਨ ਨੰਬਰ 96 ਕਹਿ ਰਿਹਾ ਹੈ ਕਿ ਪਹਿਲਾ ਨੈਸ਼ਨਲ ਵਾਈਲਡ ਲਾਈਫ ਰਾਸ਼ਟਰੀ ਜੰਗਲ ਐਕਸ਼ਨ ਪਲਾਨ ਡੈਸ਼ ਈਸਵੀ ਦੇ ਵਿੱਚ ਬਣਿਆ ਸੀਗਾ। ਆਪਸ਼ਨਸ 84, 87, 83 ਜਾਂ ਫਿਰ 82। ਸਹੀ ਆਪਸ਼ਨ 83। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਹੈ। ਹੁਣ ਧਰਤੀ ਆ ਜਿਹੜੀ ਉਸਨੇ ਘੁੰਮਣਾ ਹੈ, ਉਸਨੇ ਚੱਕਰ ਖਾਈ ਜਾਣੇ ਨੇ। ਉਹ ਕਿਸ ਤਰੀਕੇ ਨਾਲ ਖਾਵੇਗੀ? ਉਹ ਵੈਸਟ ਟੂ ਈਸਟ ਜਾਵੇਗੀ, ਈਸਟ ਟੂ ਵੈਸਟ ਆਵੇਗੀ, ਨਾਰਥ ਟੂ ਸਾਊਥ ਜਾਵੇਗੀ ਜਾਂ ਸਾਊਥ ਟੂ ਨਾਰਥ ਆਵੇਗੀ? ਇਹ ਦੇਖਣਾ ਪਵੇਗਾ। ਸੋ ਇਸ ਦਾ ਜੋ ਸਹੀ ਆਨਸਰ ਇਹ ਹੋਏ ਸਾਡੇ ਕੋਲੇ ਵੈਸਟ ਟੂ ਈਸਟ। ਅੱਛਾ, ਇੱਕ ਚੀਜ਼ ਹੋਰ ਹੈ ਇੱਥੇ ਕਿ ਸਾਨੂੰ ਨਾ ਅਕਸਰ ਭੁਲੇਖਾ ਇਹ ਰਹਿੰਦਾ ਹੈ ਕਿ 4 ਡਾਇਰੈਕਸ਼ਨਸ ਹੁੰਦੀਆਂ ਨੇ। ਇੱਕ ਹੁੰਦੀ ਆ ਨਾਰਥ, ਇੱਕ ਹੁੰਦੀ ਆ ਸਾਊਥ, ਇੱਕ ਹੁੰਦੀ ਆ ਵੈਸਟ, ਇੱਕ ਹੁੰਦੀ ਆ ਈਸਟ। ਸਾਡੇ ਨਾਰਥ ਤੇ ਸਾਊਥ ਤਾਂ ਯਾਦ ਰਹਿ ਜਾਂਦਾ ਹੈ ਕਿ ਇੱਕ ਉੱਪਰ ਆ ਇੱਕ ਨੀਚੇ ਆਵੇ, ਬਟ ਅਸੀਂ ਅਕਸਰ ਵੈਸਟ ਔਰ ਈਸਟ ਦੇ ਵਿੱਚ ਨਾ ਕਨਫਿਊਜ਼ ਹੋ ਜਾਂਦੇ ਹਾਂ। ਇਸ ਦਾ ਸਹੀ ਜੋ ਤਰੀਕਾ ਹੈ, ਵੈਸੇ ਤਾਂ ਰੱਟੇ ਵਾਲੀ ਗੱਲ ਹੈ, ਜਾਂ ਤੁਸੀਂ ਅੱਗੇ ਨੂੰ ਨਹੀਂ ਭੁੱਲੋਗੇ, ਵੈਸਟ ਔਰ ਈਸਟ ਨੂੰ ਤੁਸੀਂ ਆ ਲਿਖ ਲਓ ਵੀ। ਵੀ ਦਾ ਮਤਲਬ ਹੁੰਦਾ ਹੈ ਅਸੀਂ। ਅਸੀਂ ਨੂੰ ਜਦੋਂ ਤੁਸੀਂ ਤੋੜੋਗੇ, ਇਸ ਨੂੰ ਤੁਸੀਂ ਡਿਵਾਈਡ ਕਰੋਗੇ, ਡਬਲਿਊ ਨੂੰ ਇੱਧਰਲੇ ਪਾਸੇ ਲਿਖ ਲਓ, ਈ ਨੂੰ ਇੱਧਰਲੇ ਪਾਸੇ ਲਿਖ ਲਓ, ਇੱਕ ਵੈਸਟ ਹੋ ਜਾਊਗਾ, ਇੱਕ ਈਸਟ ਹੋ ਜਾਊਗਾ। ਮੇਰੇ ਖਿਆਲ 'ਚ ਤੁਸੀਂ ਇਹ ਯਾਦ ਰੱਖੋਗੇ, ਹੁਣ ਤੁਸੀਂ ਭੁੱਲੋਗੇ ਨਹੀਂ, ਕਨਫਿਊਜ਼ ਨਹੀਂ ਹੋਵੋਗੇ। ਸੋ ਜਿਹੜੀ ਸਾਡੀ ਧਰਤੀ ਆ ਉਹ ਵੈਸਟ ਤੋਂ ਈਸਟ ਵੱਲ ਨੂੰ ਇਸ ਤਰੀਕੇ ਨਾਲ ਘੁੰਮਦੀ ਹੈ। ਨੈਕਸਟ ਸਾਡੇ ਕੋਲੇ ਕੁਐਸਚਨ ਆ ਰਿਹਾ ਕਿ ਮਾਨਸੂਨ ਦਾ ਵਿਕਸਿਤ ਚੱਕਰ ਕਿੱਥੇ ਹੈ? ਉੱਤਰੀ ਅਫਰੀਕਾ ਦੇ ਵਿੱਚ, ਪੂਰਬੀ ਆਸਟ੍ਰੇਲੀਆ ਦੇ ਵਿੱਚ, ਦੱਖਣੀ ਅਤੇ ਦੱਖਣੀ ਪੂਰਬੀ ਏਸ਼ੀਆ ਦੇ ਵਿੱਚ, ਪੂਰਬੀ ਯੂਰਪ ਦੇ ਵਿੱਚ। ਹੁਣ ਮਸਲਾ ਹੈਗਾ ਮਾਨਸੂਨ ਦਾ। ਮਾਨਸੂਨ ਜਿਹੜੇ ਆਉਂਦੇ ਨੇ ਉਹ ਆਉਂਦੇ ਨੇ, ਤੁਹਾਨੂੰ ਮੈਂ ਪੇਜ ਦੇ ਉੱਪਰ ਥੋੜ੍ਹਾ ਜਿਹਾ ਕਰਕੇ ਦਿਖਾ ਦਿੰਦਾ। ਜੋ ਮਾਨਸੂਨ ਆਉਂਦੇ ਨੇ ਉਹ ਜ਼ਿਆਦਾਤਰ ਆਪਣੇ ਆਉਂਦੇ ਨੇ ਏਸ਼ੀਆ ਦੇ ਵਿੱਚ ਜਾਂ ਇੰਡੀਆ ਦੇ ਵਿੱਚ। ਇਹ ਦੇਖੋ ਹੁਣ ਮਾਨਸੂਨ ਦੇ ਸੀਜ਼ਨ ਹੀ ਆ ਜਾਣਗੇ, ਮਾਨਸੂਨ ਹੀ ਚੱਲ ਰਿਹਾ ਹੈ। ਮਤਲਬ ਕਿ ਸਮੁੰਦਰੀ ਜੋ ਹਵਾਵਾਂ ਨੇ ਇੱਧਰੋਂ ਸ਼ੁਰੂ, ਸਾਡੇ ਸਾਰਾ ਸਮੁੰਦਰ ਆ ਨਾ ਇਹ ਵਾਲਾ, ਸਮੁੰਦਰੀ ਜੋ ਹਵਾਵਾਂ ਨੇ ਇੱਧਰੋਂ ਸ਼ੁਰੂ ਹੁੰਦੀਆਂ ਨੇ ਤੇ ਸਾਰਾ ਕਵਰ ਕਰਦੀਆਂ ਨੇ ਮਾਨਸੂਨ ਦੇ ਵਿੱਚ, ਸਾਰਾ ਕਵਰ ਕਰਦੀਆਂ ਨੇ। ਠੀਕ ਹੈ, ਸੋ ਅਗਰ ਅਸੀਂ ਹੁਣ ਗੱਲ ਕਰੀਏ, ਸਾਡੇ ਕੋਲੇ ਆਪਸ਼ਨਸ ਨੇ ਜਿਹੜੀਆਂ, ਅਫਰੀਕਾ ਓਬਵੀਅਸ ਆ, ਹੋ ਨਹੀਂ ਸਕਦਾ ਕਿਉਂਕਿ ਜਿਹੜਾ ਇੰਡੀਆ ਹੈ, ਜਿਹੜਾ ਸਾਡਾ ਇੰਡੀਆ ਦਾ ਹੇਠਲਾ ਹਿੱਸਾ ਹੈ, ਇਹ ਤਾਂ ਹੈਗਾ ਸਾਡੇ ਏਸ਼ੀਆ ਦੇ ਵਿੱਚ। ਸੋ ਅਸੀਂ ਗੱਲ ਕਰਦੇ ਹਾਂ ਸਿਰਫ ਔਰ ਸਿਰਫ ਦੱਖਣੀ ਤੇ ਦੱਖਣੀ ਪੂਰਬੀ ਏਸ਼ੀਆ ਦੀ। ਹੁਣ ਉਹਨਾਂ ਨੇ ਕੁਐਸਚਨ ਕੀ ਪੁੱਛਿਆ ਕਿ ਮਾਨਸੂਨ ਦਾ ਵਿਕਸਿਤ ਚੱਕਰ ਕਿੱਥੇ ਹੈ, ਮਾਨਸੂਨ ਵੈਲ ਡਿਵੈਲਪ ਕਿੱਥੇ ਹੁੰਦਾ ਹੈ? ਵੈਸਟ ਔਰ ਈਸਟ ਦੇ ਵਿੱਚੋਂ। ਇੱਕ ਤਾਂ ਵੈਸਟ ਦੀ ਗੱਲ ਹੋ ਗਈ, ਮਤਲਬ ਕਿ ਇੱਕ ਤਾਂ
इस एरिए ਦੇ ਵਿੱਚ ਹੋਊਗਾ। ਕੀ ਲਿਖਿਆ ਹੋਇਆ ਸਾਡੇ ਕੋਲੇ? ਦੱਖਣੀ ਅਤੇ ਦੱਖਣ ਪੂਰਬੀ ਏਸ਼ੀਆ, ਸਾਊਥ, ਸੌਰੀ ਵੈਸਟ ਨਹੀਂ ਲਿਖਿਆ ਹੋਇਆ, ਸਾਊਥ ਲਿਖਿਆ ਹੋਇਆ, ਦੱਖਣ ਲਿਖਿਆ ਹੋਇਆ, ਸਾਊਥ ਐਂਡ ਸਾਊਥ ਈਸਟ ਏਸ਼ੀਆ। ਮਤਲਬ ਕਿ ਆ ਸਾਰਾ ਦਾ ਸਾਰਾ ਜਿਹੜਾ ਹਿੱਸਾ ਹੈ ਸਾਡਾ, ਇੰਡੀਆ ਹੋ ਗਿਆ, ਪਾਕਿਸਤਾਨ ਹੋ ਗਿਆ, ਭੂਟਾਨ ਹੋ ਗਿਆ, ਨੇਪਾਲ ਹੋ ਗਿਆ, ਬੰਗਲਾਦੇਸ਼ ਹੋ ਗਿਆ, ਚਾਈਨਾ ਹੋ ਗਿਆ, ਇਹ ਸਾਰਾ ਏਸ਼ੀਆ ਦੇ ਵਿੱਚ ਕਵਰ ਹੋ ਰਿਹਾ ਹੈ। ਤਾਂ ਜਿਹੜਾ ਵੀ ਇਹ ਸਾਰਾ ਦਾ ਸਾਰਾ ਹਿੱਸਾ ਹੈ, ਇਸ ਹਿੱਸੇ ਦਾ ਸਾਊਥ ਵਾਲਾ ਪਾਰਟ ਸਾਡਾ ਇੰਡੀਆ ਹੈ। ਸੋ ਸਾਊਥ ਐਂਡ ਸਾਊਥ ਈਸਟ, ਇਸ ਹਿੱਸੇ ਦੇ ਵਿੱਚ ਜੋ ਮੌਨਸੂਨ ਨੇ ਉਹ ਆਉਂਦੇ ਨੇ, ਵੈਲ ਡਿਵੈਲਪ ਹੁੰਦੇ ਨੇ। ਠੀਕ ਹੈ। ਸੋ ਮੈਪ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਨੇ। ਮੈਪ ਦੇ ਜ਼ਰੀਏ ਅਗਰ ਪੜ੍ਹਿਆ ਜਾਵੇ ਤਾਂ ਨਜ਼ਾਰਾ ਹੀ ਹੋਰ ਹੁੰਦਾ ਹੈ। ਮੌਨਸੂਨ ਕਿੱਥੇ ਵਿਕਸਿਤ ਹੁੰਦਾ ਹੈ? ਸਹੀ ਆਨਸਰ ਦੱਖਣ ਅਤੇ ਦੱਖਣ ਪੂਰਬੀ ਏਸ਼ੀਆ ਦੇ ਵਿੱਚ। ਧਰਤੀ ਦੇ ਦੋ ਹਿੱਸਿਆਂ ਨੂੰ ਆਪਸੀ ਮਿਲਾਉਣ ਵਾਲੀ ਤੰਗ ਜ਼ਮੀਨ ਪੱਟੀ ਨੂੰ ਕੀ ਕਿਹਾ ਜਾਂਦਾ ਹੈ? ਟਾਲੂ, ਇਹ ਗਲਤ ਲਿਖਿਆ ਹੋਇਆ ਇਹਨਾਂ ਨੇ, ਟਾਪੂ ਕਹਿੰਦੇ ਆਪਾਂ ਇਹਨੂੰ, ਟਾਪੂ, ਜਲਮਾਰਗ, ਜਲ ਥਲ ਜੋੜ, ਖਾੜੀ। ਇਸ ਨੂੰ ਥੋੜ੍ਹਾ ਜਿਹਾ ਆਸਾਨ ਕਰਦੇ ਹਾਂ, ਇਸ ਨੂੰ ਅਸੀਂ ਬਣਾਉਂਦੇ ਹਾਂ। ਇੱਕ ਹੁੰਦਾ ਹੈ ਆਈਲੈਂਡ, ਅਤੇ ਇੱਕ ਹੁੰਦਾ ਹੈ ਸਟਰੇਟ, ਇੱਕ ਹੁੰਦਾ ਹੈ ਥਲ ਜੋੜ ਜਿਸ ਨੂੰ ਅਸੀਂ ਇਸਥਮੁਸ ਕਹਿੰਦੇ ਹਾਂ, ਅਤੇ ਇੱਕ ਹੁੰਦਾ ਹੈ ਗਲਫ। ਇਹ ਚਾਰ ਚੀਜ਼ਾਂ ਹੁੰਦੀਆਂ ਨੇ। ਡਿਫਾਈਨ ਕਰਦੇ ਹਾਂ ਇਹਨਾਂ ਨੂੰ ਥੋੜ੍ਹਾ ਥੋੜ੍ਹਾ। ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦਾ ਸਟਰੇਟ। ਸਟਰੇਟ ਕੀ ਹੁੰਦਾ ਹੈ? ਉਹਨੂੰ ਤੁਸੀਂ ਅਗਰ ਲਿਖ ਲਵੋ ਤਾਂ ਚੰਗੀ ਗੱਲ ਹੈ। ਸਟਰੇਟ, ਜਸਟ ਅ ਵੇਟ, ਸਟਰੇਟ ਹੁੰਦਾ ਹੈ ਆ ਨੈਰੋ ਪੈਸੇਜ ਆਫ ਵਾਟਰ, ਆ ਨੈਰੋ ਪੈਸੇਜ ਆਫ ਵਾਟਰ ਕਨੈਕਟਿੰਗ ਟੂ ਸੀਜ਼। ਮਤਲਬ ਕਿ ਸਾਡੇ ਕੋਲ ਆ ਬਹੁਤ ਵੱਡਾ ਜ਼ਮੀਨ ਦਾ ਟੁਕੜਾ ਹੈ, ਸਾਡੇ ਕੋਲ ਆ ਲੈਂਡ ਪਈ ਆ, ਸਾਡੇ ਕੋਲ ਆ ਬਹੁਤ ਵੱਡਾ ਜ਼ਮੀਨ ਦਾ ਟੁਕੜਾ ਹੈ, ਸਾਡੇ ਕੋਲ ਆਹ ਲੈਂਡ ਪਈ ਆ। ਠੀਕ ਹੈ। ਅਤੇ ਇੱਧਰ ਬਹੁਤ ਵੱਡਾ ਸਮੁੰਦਰ ਆ ਅਤੇ ਇੱਧਰ ਬਹੁਤ ਵੱਡਾ ਸਮੁੰਦਰ ਆ। ਜਿਹੜਾ ਛੋਟਾ ਜਿਹਾ ਰਸਤਾ ਹੈ ਨਾ, ਆ ਛੋਟਾ ਜਿਹਾ ਰਸਤਾ, ਇਹਨੂੰ ਅਸੀਂ ਸਟਰੇਟ ਕਹਿ ਦਿੰਦੇ ਹਾਂ। ਇਹ ਜੋੜਦਾ ਹੈ ਆ ਵੱਡੇ ਸਮੁੰਦਰ ਨੂੰ ਅਤੇ ਇਸ ਵੱਡੇ ਸਮੁੰਦਰ ਨੂੰ, ਆ ਛੋਟਾ ਜਿਹਾ ਵਾਲਾ ਰਸਤਾ ਜੋੜ ਦਿੰਦਾ ਹੈ। ਇਸ ਰਸਤੇ ਨੂੰ ਅਸੀਂ ਸਟਰੇਟ ਕਹਿੰਦੇ ਹਾਂ। ਠੀਕ ਹੈ, ਤੁਹਾਨੂੰ ਸਟਰੇਟ ਸਮਝ ਆ ਗਿਆ। ਅੱਛਾ, ਇਹਦੀ ਐਗਜ਼ਾਮਪਲ ਅਗਰ ਅਸੀਂ ਗੱਲ ਕਰੀਏ, ਸਾਡੇ ਨਾ ਸਾਊਥ ਦੇ ਵਿੱਚ ਪਾਕ ਸਟੇਟ ਆ, ਅਸੀਂ ਆ ਇੰਡੀਆ ਦੀ ਗੱਲ ਹੀ ਕੀਤੀ, ਆਹੀ ਮੈਪ ਦੇ ਉੱਪਰ ਆ ਸਾਡਾ ਇੰਡੀਆ ਹੈ। ਅਗਰ ਇੰਡੀਆ ਦੇ ਇੱਥੇ ਇੱਕ ਛੋਟਾ ਜਿਹਾ ਨਾ, ਇੱਕ ਛੋਟਾ ਜਿਹਾ ਟਾਪੂ ਆ, ਆਈਲੈਂਡ ਕੰਟਰੀ ਆ ਸ਼੍ਰੀਲੰਕਾ। ਸ਼੍ਰੀਲੰਕਾ ਔਰ ਇੰਡੀਆ ਦੇ ਵਿੱਚ ਦੀ ਜਿਹੜਾ ਪਾਣੀ ਜਿਹਾ ਲੰਘਦਾ ਹੈ ਨਾ, ਇੱਧਰ ਵੀ ਬਹੁਤ ਵੱਡੀ ਪਾਣੀ ਦੀ ਬੋਡੀ ਹੈ, ਇੱਧਰ ਵੀ ਬਹੁਤ ਵੱਡੀ ਪਾਣੀ ਦੀ ਬੋਡੀ ਹੈ, ਜਿਹੜਾ ਛੋਟਾ ਜਿਹਾ ਪਾਣੀ ਦੋਨਾਂ ਨੂੰ ਕਨੈਕਟ ਕਰਦਾ ਹੈ ਸਟਰੇਟ ਆ, ਇਹਨੂੰ ਅਸੀਂ ਕਹਿ ਦਿੰਦੇ ਹਾਂ ਪਾਕ ਸਟਰੇਟ। ਇਹਦਾ ਨਾਮ ਹੈਗਾ ਹੈ ਪਾਕ ਸਟਰੇਟ। ਠੀਕ ਹੈ। ਸੋ ਨੈਕਸਟ ਸਾਡੇ ਕੋਲ ਆ ਰਿਹਾ ਹੈ ਇਸਥਮੁਸ। ਇਸਥਮੁਸ ਕੀ ਹੁੰਦਾ ਹੈ? ਇਸਥਮੁਸ ਹੁੰਦਾ ਹੈ ਆ ਨੈਰੋ ਸਟ੍ਰਿਪ ਆਫ ਲੈਂਡ ਵਿਚ ਕਨੈਕਟ ਟੂ ਲੈਂਡਸ। ਹੁਣ ਤੁਸੀਂ ਕੁਛ ਨਾ ਕਰੋ, ਆਹ ਵਾਲਾ ਜਿਹੜਾ ਵੱਡਾ ਹਿੱਸਾ ਜਿਹੜਾ ਮੈਂ ਤੁਹਾਨੂੰ ਸਮੁੰਦਰ ਦਾ ਦੱਸਿਆ ਹੈ, ਇਹਨੂੰ ਤੁਸੀਂ ਲੈਂਡ ਬਣਾ ਦਿਓ। ਆਹ ਵੱਡਾ ਹਿੱਸਾ ਜਿਹੜਾ ਤੁਹਾਨੂੰ ਮੈਂ ਸਮੁੰਦਰ ਦਾ ਦੱਸਿਆ ਹੈ, ਇਹਨੂੰ ਤੁਸੀਂ ਲੈਂਡ ਬਣਾ ਦਿਓ। ਇੱਥੇ ਕਹਿਣ ਦਾ ਮਤਲਬ ਜਿੱਥੇ ਤੁਸੀਂ ਆ ਪਾਣੀ ਲੰਘਾ ਰਹੇ ਹੋ ਨਾ, ਇਹਨੂੰ ਤੁਸੀਂ ਲੈਂਡ ਕਰ ਦਿਓ ਅਤੇ ਬਾਕੀ ਸਾਰੇ ਪਾਸੇ ਵਾਟਰ ਕਰ ਦਿਓ। ਕਹਿਣ ਦਾ ਮਤਲਬ ਜਦੋਂ ਦੋ ਵੱਡੇ ਵੱਡੇ ਪਾਣੀਆਂ ਦੇ ਵਿੱਚ ਦੀ ਕੋਈ ਛੋਟਾ ਜਿਹਾ ਰਸਤਾ ਲੰਘਦਾ ਹੈ, ਉਸ ਛੋਟੇ ਜਿਹੇ ਰਸਤੇ ਨੂੰ ਅਸੀਂ ਕਹਿ ਦਿੰਦੇ ਹਾਂ ਇਸਥਮੁਸ। ਜਦੋਂ ਤਾਂ ਜ਼ਮੀਨ ਰਸਤਾ ਬਣਾਉਂਦੀ ਆ, ਉਹ ਇਸਥਮੁਸ ਹੁੰਦਾ ਹੈ। ਜਦੋਂ ਪਾਣੀ ਰਸਤਾ ਬਣਾਉਂਦਾ ਹੈ ਤਾਂ ਉਸ ਨੂੰ ਅਸੀਂ ਸਟਰੇਟ ਕਹਿ ਦਿੰਦੇ ਹਾਂ। ਨੈਕਸਟ ਸਾਡੇ ਕੋਲ ਆ ਰਿਹਾ ਹੈ ਗਲਫ। ਗਲਫ ਹੁੰਦਾ ਹੈ ਤਿਕੋਣਾ, ਤਿੰਨ ਪਾਸੇ ਤੋਂ ਪਾਣੀ ਲੱਗਦਾ ਹੋਵੇ ਅਤੇ ਇੱਕ ਪਾਸੇ ਸਾਡੇ ਕੋਲ ਇੱਧਰ ਜ਼ਮੀਨ ਹੋਵੇ ਸਾਰੇ ਪਾਸੇ। ਇੱਕ ਤੰਗ ਮੂੰਹ ਵਾਲਾ ਹੁੰਦਾ ਹੈ ਆ ਡੀਪ ਇਨਲੈਟ ਆਫ ਅ ਸੀ ਆਲਮੋਸਟ ਸਰਾਊਂਡਡ ਬਾਏ ਲੈਂਡ ਵਿਦ ਅ ਨੈਰੋ ਮਾਊਥ। ਇਸ ਦਾ ਛੋਟਾ ਜਿਹਾ ਮੂੰਹ ਹੁੰਦਾ ਅਤੇ ਸਾਰੇ ਪਾਸੋਂ ਜੋ ਇਹ ਪਾਣੀ ਦੇ ਨਾਲ ਇਸ ਨੂੰ ਕਵਰ ਕੀਤਾ ਹੋਇਆ ਹੁੰਦਾ ਹੈ। ਜੋ ਕੋਈ ਨਹੀਂ, ਜਦੋਂ ਆਪਾਂ ਲੈਕਚਰਸ ਕਰਾਂਗੇ ਉਦੋਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗਾ ਕਿ ਅਸੀਂ ਬੇ ਆਫ ਬੰਗਾਲ ਨੂੰ ਬੇ ਆਫ ਬੰਗਾਲ ਕਿਉਂ ਕਹਿੰਦੇ ਹਾਂ, ਬੇ ਔਰ ਗਲਫ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ, ਗਲਫ ਆਫ ਮੰਨਾਰ ਕਿੱਥੇ ਆ, ਗਲਫ ਆਫ ਕੱਚ ਕਿੱਥੇ ਆ, ਜਾਂ ਕੀ ਨੇ ਇਹਨਾਂ ਦੇ ਵਿੱਚ ਡਿਫਰੈਂਸ ਕੀ ਹੁੰਦਾ ਹੈ, ਉਹ ਸਾਰਾ ਕੁਝ ਅਸੀਂ ਡਿਟੇਲ ਦੇ ਵਿੱਚ ਕਰਾਂਗੇ। ਨੈਕਸਟ ਸਾਡੇ ਕੋਲੇ ਕੁਐਸਚਨ ਆ ਰਿਹਾ ਹੈ। ਅੱਛਾ, ਪਹਿਲਾਂ ਆਪਾਂ ਇਹਦਾ ਆਨਸਰ ਦੇਖ ਲਈਏ ਕਿ ਧਰਤੀ ਦੇ ਦੋ ਹਿੱਸਿਆਂ ਨੂੰ ਆਪਸੀ ਮਿਲਾਉਣ ਵਾਲੇ ਤੰਗ ਜ਼ਮੀਨੀ ਪੱਟੀ ਨੂੰ, ਜ਼ਮੀਨ ਆ ਗਈ ਨਾ, ਤਾਂ ਜ਼ਮੀਨ ਅਸੀਂ ਕਹਿ ਦਿੰਦੇ ਹਾਂ ਇਸਥਮੁਸ, ਥਲ ਜੋੜ। ਬਟ ਅਗਰ ਇਹਦੀ ਜਗ੍ਹਾ ਤੇ ਤੰਗ ਪਾਣੀ ਵਾਲੀ ਪੱਟੀ ਹੁੰਦੀ ਤਾਂ ਇਹੀ ਵਾਲਾ ਸਟਰੇਟ ਬਣ ਜਾਂਦਾ। ਠੀਕ ਹੈ। ਸੋ ਸਾਡਾ ਜੋ ਸਹੀ ਆਨਸਰ ਹੈ ਉਹ ਹੈ ਥਲ ਜੋੜ, ਇਸਥਮੁਸ। ਨੈਕਸਟ ਅਸੀਂ ਕਵਰ ਕਰ ਰਹੇ ਹਾਂ, ਸਾਡਾ ਨੈਕਸਟ ਕੁਐਸਚਨ ਆ ਕਿ ਤਪਤ ਖੰਡੀ ਵਰਖਾ ਜੰਗਲ ਭਾਰਤ ਵਿੱਚ ਕਿੱਥੇ ਪਾਏ ਜਾਂਦੇ ਹਨ? ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ ਵਿੱਚ। ਨੈਕਸਟ ਕੁਐਸਚਨ ਕਿ ਚੀਨੀ ਬੋਧੀ ਯਾਤਰੀ ਹਿਊਨ ਸਾਂਗ ਦੇਸ਼ ਦੇ ਸ਼ਾਸਨ ਵਿੱਚ ਕਾਲ ਵਿੱਚ ਭਾਰਤ ਆਇਆ? ਅਸ਼ੋਕ ਦੇ, ਰਜਿੰਦਰ ਵਣ ਦੇ, ਅਕਬਰ ਦੇ ਜਾਂ ਫਿਰ ਹਰਸ਼ਵਰਧਨ ਦੇ?
सही आंसर हर्षवर्धन। नैक्सट क्वेश्चन है साढ़े कोले कि स्वामी विवेकानंद ने रामकृष्ण मिशन की स्थापना कदों की सी? 97 च, 76 च, 96 च, 87 ਦੇ ਵਿੱਚ। ਤਾਂ ਉਹਨਾਂ ਨੇ ਕੀਤੀ ਸੀਗੀ 97 ਦੇ ਵਿੱਚ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਕੌਟਲਿਆ ਚੰਦਰਗੁਪਤ ਮੌਰੀਆ ਦਾ ਡੈਸ਼ ਸੀ? ਪ੍ਰਧਾਨ ਮੰਤਰੀ, ਵਿੱਤ ਮੰਤਰੀ, ਸਲਾਹਕਾਰ, ਮੁੱਖ ਮੰਤਰੀ। ਤਾਂ ਇਸ ਦਾ ਜੋ ਸਾਡੇ ਕੋਲੇ ਸਹੀ ਆਨਸਰ ਹੈ ਉਹ ਹੈ ਵਿੱਤ ਮੰਤਰੀ, ਫਾਈਨੈਂਸ਼ੀਅਲ ਮਿਨਿਸਟਰ, ਫਾਈਨਾਂਸ ਮਿਨਿਸਟਰ। ਗਾਇਜ਼ ਕੁਛ ਕੁਐਸਚਨ ਇਹੋ ਜਿਹੇ ਹੁੰਦੇ ਨੇ ਜਿਹੜੇ ਸਾਨੂੰ ਸਿੱਧੇ ਸਿੱਧੇ ਡਿਫਾਈਨ ਕਰਨੇ, ਜਿਹੜੇ ਸਾਨੂੰ ਸਿੱਧੇ ਸਿੱਧੇ ਫੈਕਟ ਬੇਸ ਹੁੰਦੇ ਨੇ, ਆਨਸਰ ਹੀ ਦੱਸਣਾ ਪੈਂਦਾ, ਇਹਦੇ ਵਿੱਚ ਐਕਸਪਲੇਨੇਸ਼ਨ ਕੁਛ ਵੀ ਨਹੀਂ ਹੈਗੀ। ਠੀਕ ਹੈ, ਜਿੱਥੇ ਜਿੱਥੇ ਐਕਸਪਲੇਨੇਸ਼ਨ ਹੁੰਦੀ ਹੈ ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਵੱਧ ਤੋਂ ਵੱਧ ਐਕਸਪਲੇਨ ਕਰ ਸਕੀਏ। ਸੋ ਨੈਕਸਟ ਕੁਐਸਚਨ ਅਸੀਂ ਗੱਲ ਕਰ ਰਹੇ ਹਾਂ ਕਿ ਹੇਠ ਲਿਖਿਆਂ ਨੂੰ ਮਿਲਾਓ। ਸ਼ੇਖ ਅਬਦੁਲ ਫਜ਼ਲ ਨੇ ਕੀ ਲਿਖਿਆ ਹੋਇਆ, ਬਾਬਰ ਨੇ ਕੀ ਲਿਖਿਆ ਹੋਇਆ, ਖਾਵੰਦ ਖਮੀਰ ਨੇ ਕੀ ਲਿਖਿਆ ਹੋਇਆ, ਮਿਰਜ਼ਾ ਮੁਹੰਮਦ ਹੈਦਰ ਨੇ ਕੀ ਲਿਖਿਆ ਹੋਇਆ। ਸੋ ਇਹਦੇ ਵਿੱਚੋਂ ਅਗਰ ਆਪਾਂ ਗੱਲ ਕਰੀਏ ਤੁਜ਼ਕੇ ਬਾਬਰੀ ਦੀ, ਤਾਂ ਤੁਜ਼ਕੇ ਬਾਬਰੀ ਤਾਂ ਓਬਵੀਅਸ ਹੀ ਗੱਲ ਹੈ ਕਿ ਬਾਬਰ ਲਿਖੇਗਾ। ਉਸ ਤੋਂ ਬਾਅਦ ਸ਼ੇਖ ਅਬਦੁਲ ਫਜ਼ਲ ਨੇ ਕੀ ਲਿਖਿਆ ਹੋਇਆ ਹੈ? ਚਲੋ ਉਸ ਤੋਂ ਵੀ ਪਹਿਲਾਂ ਨਾ ਤੁਹਾਨੂੰ ਇਹੀ ਆਪਸ਼ਨ ਐਲੀਮੀਨੇਸ਼ਨ ਦੀ ਆਪਾਂ ਗੱਲ ਕਰਦੇ ਹਾਂ। ਸਾਨੂੰ ਪਤਾ ਹੈ ਕਿ ਇੱਕ ਸਾਨੂੰ ਪਤਾ ਹੈ ਕਿ ਤੁਜ਼ਕੇ ਬਾਬਰੀ ਹੈ ਜੋ ਉਹ ਬਾਬਰ ਨੇ ਲਿਖੀ ਹੋਈ ਆ। ਅਸੀਂ ਲੱਭਦੇ ਹੁਣ ਬੀ ਦੀ ਚੌਥੀ ਆਪਸ਼ਨ ਕਿੱਥੇ ਪਈ ਆ। ਆਨਸਰ ਬੀ ਹੋਵੇ ਤੇ ਆਪਸ਼ਨ ਚੌਥੀ ਹੋਵੇ, ਸਿਰਫ ਆ ਪਈ ਹੈ, ਇਸ ਤੋਂ ਇਲਾਵਾ ਹੋਰ ਕਿਤੇ ਨਹੀਂ ਹੈਗੀ। ਤਾਂ ਅੱਖਾਂ ਵਿੱਚ ਕਿ ਓਬਵੀਅਸ ਜੀ ਗੱਲ ਹੈ ਕਿ ਜਿਹੜਾ ਸਾਡਾ ਆਨਸਰ ਆਊਗਾ ਸੀ ਆਊਗਾ, ਸਾਨੂੰ ਬਾਕੀ ਦੇਖਣ ਦੀ ਵੀ ਲੋੜ ਨਹੀਂ ਹੈਗੀ। ਹਾਂ, ਅਗਰ ਇਹਦੀ ਜਗ੍ਹਾ ਤੇ ਇੱਥੇ ਵੀ 4 ਹੁੰਦਾ, ਇੱਥੇ ਵੀ 4 ਹੁੰਦਾ, ਇੱਥੇ ਵੀ 4 ਹੁੰਦਾ, ਫਿਰ ਸਾਨੂੰ ਲੱਭਣਾ ਪੈਂਦਾ, ਕਿਉਂਕਿ ਆਪਸ਼ਨਸ ਨੇ ਉਹ ਕਿਸੇ ਪਾਸੇ ਵੀ ਘੁਮਾ ਸਕਦੇ ਨੇ, ਫਿਰ ਸਾਨੂੰ ਲੱਭਣਾ ਪੈਂਦਾ। ਅਦਰਵਾਈਜ਼ ਇਹਦਾ ਇਹੀ ਆਨਸਰ ਆ। ਹੁਣ ਤਾਂ ਮੇਰੇ ਖਿਆਲ 'ਚ ਬਾਕੀ ਦੇਖਣ ਦੀ ਵੀ ਲੋੜ ਨਹੀਂ, ਚਲੋ ਫਿਰ ਵੀ ਦੇਖ ਲੈਂਦੇ ਹਾਂ। ਏ ਦਾ ਸ਼ੇਖ ਅਬਦੁਲ ਫਜ਼ਲ ਆ, ਤਾਂ ਹੁਣ ਇਹ ਤੀਸਰਾ ਹੋ ਗਿਆ। ਤੀਸਰੀ ਕਿਹੜੀ ਆ ਗਈ? ਅਕਬਰਨਾਮਾ। ਤਾਂ ਅਬਦੁਲ ਫਜ਼ਲ ਨੇ ਕੀ ਲਿਖਿਆ ਹੋਇਆ? ਅਕਬਰਨਾਮਾ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲੇ ਪਹਿਲਾ ਕਿਹਨੇ ਲਿਖਿਆ ਹੋਇਆ? ਸੀ ਨੇ। ਖਾਵੰਦ ਅਮੀਰ ਨੇ ਕੀ ਲਿਖਿਆ ਹੋਇਆ? ਹਮਾਯੂਨਾਮਾ। ਅਤੇ ਜਿਹੜਾ ਬਚ ਗਿਆ ਮਿਰਜ਼ਾ ਮੁਹੰਮਦ ਹੈਦਰ, ਉਹਨੇ ਤਾਰਿਕ ਰਸ਼ੀਦੀ ਲਿਖੀ ਹੋਈ ਹੈ। ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਨਾਲ ਤੁਸੀਂ ਆਪਸ਼ਨ ਐਲੀਮੀਨੇਸ਼ਨ ਕਰਕੇ ਬਹੁਤ ਵਧੀਆ ਤਰੀਕੇ ਨਾਲ ਇਸ ਨੂੰ ਅਟੈਂਪਟ ਕਰ ਸਕਦੇ ਹੋ। ਨੈਕਸਟ ਸਾਡੇ ਕੋਲੇ ਕੁਐਸਚਨ ਆ ਰਿਹਾ ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਇਕਤਾ ਨੂੰ ਸਹੀ ਪਰਿਭਾਸ਼ਿਤ ਕਰਦਾ ਹੈ? ਇਕਤਾ ਚਲੋ ਆਪਸ਼ਨ ਦੇ ਵਿੱਚ ਹੀ ਦਿੱਤਾ ਹੋਇਆ ਕਿ ਤਨਖਾਹ ਦੀ ਥਾਂ ਤੇ ਕਿਸੇ ਖੇਤਰ ਦੇ ਕਰ ਦੀ ਗ੍ਰਾਂਟ ਨੂੰ ਅਸੀਂ ਇਕਤਾ ਕਹਿ ਦਿੰਦੇ ਹਾਂ। ਮਤਲਬ ਕਿ ਜਦੋਂ ਅਸੀਂ ਗ੍ਰਾਂਟ ਲੈਣੀ ਹੋਵੇ, ਜਦੋਂ ਅਸੀਂ ਟੈਕਸ ਲੈਣਾ ਹੋਵੇ, ਬਟ ਅਸੀਂ ਟੈਕਸ ਦੀ ਜਗ੍ਹਾ ਤੇ ਅਸੀਂ ਕੀ ਕਰਦੇ ਹਾਂ? ਕਿਸੇ ਖੇਤਰ ਦੀ ਗ੍ਰਾਂਟ ਲੈ ਲੈਂਦੇ ਹੁੰਦੇ ਹਾਂ ਤਨਖਾਹ ਦੀ ਜਗ੍ਹਾ ਤੇ ਉੱਪਰ। ਉਹਨੂੰ ਕਹਿ ਦਿੰਦੇ ਹਾਂ ਕਿ ਭਾਈ ਤੇਰੀ ਤਨਖਾਹ ਕੋਈ ਨਹੀਂ ਹੈਗੀ, ਇਸ ਜਗ੍ਹਾ ਤੋਂ ਜਿੰਨਾ ਵੀ ਇਕਤਾ ਇਕੱਠਾ ਹੋਊਗਾ, ਜਿੰਨਾ ਵੀ ਟੈਕਸ ਇਕੱਠਾ ਹੋਊਗਾ ਉਹ ਤੇਰਾ। ਉਸ ਚੀਜ਼ ਨੂੰ ਅਸੀਂ ਇਕਤਾ ਕਹਿ ਦਿੰਦੇ ਹਾਂ। ਇਹ ਸ਼ੁਰੂ ਕਿਸਨੇ ਕੀਤਾ ਸੀਗਾ? ਇਕਤਾ ਜੋ ਹੈ ਇਹ ਸ਼ੁਰੂ ਕੀਤਾ ਸੀਗਾ ਇਲਤੁਤਮਿਸ਼ ਨੇ। ਇਲਤੁਤਮਿਸ਼ ਨੇ ਇਹਨੂੰ ਸ਼ੁਰੂ ਕੀਤਾ ਸੀਗਾ। ਨੈਕਸਟ ਕੁਐਸਚਨ ਅਸੀਂ ਦੇਖਦੇ ਹਾਂ 106 ਨੰਬਰ ਕੁਐਸਚਨ। 106 ਨੰਬਰ ਕੁਐਸਚਨ ਸਾਡੇ ਕੋਲ ਆ ਰਿਹਾ ਕਿ ਵਾਸਕੋ ਡੀ ਗਾਮਾ ਦੇਸ਼ ਵਿੱਚ ਕਾਲੀਕਟ ਵਿਖੇ ਪਹੁੰਚਿਆ ਸੀਗਾ। ਇਹ ਤਾਂ ਸਭ ਨੂੰ ਹੀ ਪਤਾ ਹੈ, ਵਾਸਕੋ ਡੀ ਗਾਮਾ 1498 ਦੇ ਵਿੱਚ ਆਇਆ ਸੀਗਾ। ਨੈਕਸਟ ਕੁਐਸਚਨ ਰਿਪੀਟ ਹੋ ਰਿਹਾ ਹੈ ਕਿ ਅਸੀਂ ਪਸੰਦ ਕਰੀਏ ਜਾਂ ਨਾ ਕਰੀਏ, ਹੁਣ ਅਸੀਂ ਭਾਰਤੀ ਰਾਸ਼ਟਰ ਦੇ ਤੇ ਹੁਣ ਅਸੀਂ ਸੰਯੁਕਤ ਭਾਰਤੀ ਰਾਸ਼ਟਰ ਅਤੇ ਅਣਵੰਡੇ ਹਾਂ। ਇਹ ਸ਼ਬਦ ਕਿਸ ਨੇ ਕਹੇ ਸੀਗੇ? ਇਹ ਸ਼ਬਦ ਕਹੇ ਸੀਗੇ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ। ਨੈਕਸਟ ਕੁਐਸਚਨ ਵੈਦਿਕ ਕਾਲ ਸ਼ੁਰੂ ਹੋ ਗਿਆ ਸਾਡਾ। ਵੈਦਿਕ ਦੇ ਵਿੱਚੋਂ ਕੁਐਸਚਨ ਆਉਂਦਾ ਹੀ ਆਉਂਦਾ ਹੈ ਕਿ ਵੈਦਿਕ ਕਾਲ ਵਿੱਚ ਕਿਹੜੇ 3 ਦੇਵਤੇ ਮਹੱਤਵਪੂਰਨ ਹਨ? ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਅਗਨੀ, ਇੰਦਰ ਤੇ ਸੋਮ। ਇਹ ਮਹੱਤਵਪੂਰਨ ਦੇਵਤੇ ਸੀਗੇ ਉਸ ਕਾਲ ਦੇ। ਹੜੱਪਾ ਸਿਵਲਾਈਜੇਸ਼ਨ, ਇੰਡਸ ਸਿਵਲਾਈਜੇਸ਼ਨ ਦੇ ਵਿੱਚੋਂ ਕੁਐਸਚਨ ਆਉਂਦਾ ਹੀ ਆਉਂਦਾ ਹੈ ਹਰ ਵਾਰੀ। ਇਸ ਦਾ ਜੋ ਕੁਐਸਚਨ ਸਾਡੇ ਕੋਲ ਹੈ ਕਿ ਹੇਠ ਲਿਖੇ ਵਿੱਚੋਂ ਕਿਸ ਕਾਲ ਨਾਲ ਸੰਬੰਧਿਤ ਹੈ? ਕਾਂਸੀ ਦੇ ਨਾਲ, ਨਵ ਪੱਥਰ ਯੁੱਗ ਨਾਲ, ਪੱਥਰ ਯੁੱਗ ਕਾਲ ਨਾਲ ਜਾਂ ਲੋਹੇ ਕਾਲ ਨਾਲ। ਤਾਂ ਇਸ ਦਾ ਹੈ ਕਾਂਸੀ। ਉਸ ਟਾਈਮ ਦੇ ਵਿੱਚ ਕਾਂਸੀ ਇਨਵੈਂਟ ਹੋ ਗਈ ਸੀਗੀ, ਕਾਂਸੀ ਨਾਲ ਰਿਲੇਟਡ ਆ। ਕਾਂਸੀ ਨੂੰ ਅਸੀਂ ਇੰਗਲਿਸ਼ ਦੇ ਵਿੱਚ ਬ੍ਰੌਂਜ਼ ਕਹਿ ਦਿੰਦੇ ਹਾਂ। ਇਹ ਵੀ ਅਸੀਂ ਕਰਾਂਗੇ ਕਿ ਕਦੋਂ ਕੀ ਆ ਗਿਆ ਸੀਗਾ, ਜਦੋਂ ਅਸੀਂ ਹਿਸਟਰੀ ਕਰਨੀ ਆ, ਪ੍ਰੀ ਹਿਸਟਰੀ ਕਰਨੀ ਆ, ਪ੍ਰੋਟੋ ਹਿਸਟਰੀ ਕਰਨੀ ਆ, ਸਾਰਾ ਕੁਝ ਅਸੀਂ ਡਿਟੇਲ ਦੇ ਵਿੱਚ ਕਰਾਂਗੇ। ਫਿਰ ਤੁਸੀਂ ਸਮਝ ਆਊਗੀ, ਤੁਹਾਨੂੰ ਕਹਾਣੀਆਂ ਫਿਰ ਸਮਝ ਆਉਣਗੀਆਂ। ਹੁਣ ਤਾਂ ਮੇਰੇ ਖਿਆਲ ਦੇ ਵਿੱਚ ਅੱਧੀਆਂ ਚੀਜ਼ਾਂ ਸਾਡੇ ਉੱਪਰ ਦੀ ਲੰਘੀ ਜਾਂਦੀਆਂ ਹੋਣਗੀਆਂ। ਖੈਰ, ਨੈਕਸਟ ਕੁਐਸਚਨ ਸਾਡੇ ਕੋਲ ਆ ਰਿਹਾ ਕਿ ਹੇਠ ਲਿਖਿਆਂ ਵਿੱਚੋਂ ਕਿਸ ਮੁਗਲ ਸ਼ਾਸਕ ਨੇ ਫਾਰਸੀ ਵਿੱਚ ਆਪਣੀ ਆਤਮ ਕਥਾ ਲਿਖੀ ਸੀਗੀ? ਬਾਬਰ ਨੇ, ਜਹਾਂਗੀਰ ਨੇ, ਅਕਬਰ ਨੇ ਜਾਂ ਫਿਰ ਔਰੰਗਜ਼ੇਬ ਨੇ? ਕੌਣ ਸੀਗਾ ਜਿਸ ਨੇ ਫਾਰਸੀ ਦੇ ਵਿੱਚ ਆਪਣੀ ਆਤਮ ਕਥਾ ਲਿਖੀ ਸੀ? ਤਾਂ ਉਹ ਸੀਗਾ ਜਹਾਂਗੀਰ। ਹੁਣ ਜਹਾਂਗੀਰ ਕੌਣ ਸੀ, ਇਸ ਦਾ ਸਹੀ ਨਾਮ ਕੀ ਸੀ, ਉਹਦੇ ਬਾਰੇ ਅਸੀਂ ਗੱਲ ਕਰ ਲੈਂਦੇ ਹਾਂ। ਥੋੜ੍ਹੀ ਜਿਹੀ ਤੁਸੀਂ ਲਿਖਣਾ ਸ਼ੁਰੂ ਕਰ ਲਓ। ਹੋਪਸ ਹੋ ਕਿ ਤੁਸੀਂ ਆਪਣਾ ਕਾਪੀ ਪੈਨ ਆਪਦੇ ਕੋਲ ਹੀ ਰੱਖਦੇ ਹੋਵੋਗੇ, ਕਿਉਂਕਿ ਤੁਹਾਨੂੰ ਪਿਛਲੇ ਲੈਕਚਰ ਦੇ ਵਿੱਚ ਮੈਂ ਕਿਹਾ ਸੀਗਾ ਕਿ ਕਾਪੀ ਪੈਨ ਆਪਦੇ ਕੋਲ ਹੀ ਰੱਖਿਆ ਕਰੋ ਤਾਂ ਕਿ ਸਾਨੂੰ ਕਿਸੇ ਵੀ ਟਾਈਮ ਲਿਖਣ ਦੀ ਜ਼ਰੂਰਤ ਪੈ ਸਕਦੀ ਹੈ। ਸੋ ਜੋ ਜਹਾਂਗੀਰ ਸੀ, ਇਸ ਦਾ ਪੂਰਾ ਨਾਮ ਸੀਗਾ ਨੂਰਉਦੀਨ ਮੁਹੰਮਦ ਸਲੀਮ। ਇਸ ਦਾ ਪੂਰਾ ਨਾਮ ਸੀ। ਔਰ ਜਹਾਂਗੀਰ ਇਸ ਦਾ ਐਂਪਰਰ ਜਾਂ ਰੂਲਰ ਨੇਮ ਸੀਗਾ।
ਜੋ ਇਸ ਨੂੰ ਜਹਾਂਗੀਰ ਮਤਲਬ ਕਿ ਇਹਨੇ ਆਪਣਾ ਨਾਮ ਰੱਖਿਆ ਸੀ। ਤੇ ਇਹ ਮੁਗਲ ਸਲਤਨਤ ਦਾ ਚੌਥਾ ਰਾਜਾ ਸੀਗਾ, 4th ਐਂਪਰਰ ਸੀਗਾ ਇਹ, 4th ਮੁਗਲ ਐਂਪਰਰ ਅਸੀਂ ਕਹਿ ਸਕਦੇ ਹਾਂ, 4th ਮੁਗਲ ਐਂਪਰਰ ਸੀਗਾ ਇਹ। ਔਰ ਇਸ ਤੋਂ ਬਾਅਦ ਸਾਡੇ ਕੋਲ ਆ ਰਿਹਾ ਹੈ ਕਿ ਇਹਨੇ ਰੂਲ ਕਦੋਂ ਕੀਤਾ। ਰੂਲ ਇਹਨੇ ਕੀਤਾ ਸੀਗਾ 1605 ਤੋਂ ਲੈ ਕੇ 1627। ਵੈਰੀ ਇੰਪੋਰਟੈਂਟ ਆ, ਅੱਗੇ ਜਾ ਕੇ ਆਪਾਂ ਇਹਦੇ ਉੱਪਰ ਗੱਲ ਵੀ ਕਰਨੀ ਆ, ਸੋ ਇਹਨੂੰ ਧਿਆਨ 'ਚ ਰੱਖਿਓ। ਔਰ ਇਸ ਨੂੰ ਕੈਂਕਿਊਰਰ ਆਫ ਵਰਲਡ ਵੀ ਕਿਹਾ ਜਾਂਦਾ ਸੀਗਾ, CONQUEROR, ਕਿ ਸੰਸਾਰ ਨੂੰ ਜਿੱਤਣ ਵਾਲਾ, ਕੈਂਕਿਊਰਰ ਆਫ ਵਰਲਡ, ਸੰਸਾਰ ਨੂੰ ਜਿੱਤਣ ਵਾਲਾ ਵੀ ਇਸ ਨੂੰ ਕਿਹਾ ਜਾਂਦਾ ਸੀਗਾ। ਔਰ ਇਸਨੇ ਜੋ ਬੁੱਕ ਲਿਖੀ ਸੀਗੀ ਆਪਣੀ ਫਾਰਸੀ ਦੇ ਵਿੱਚ, ਆਪਣੀ ਆਟੋਬਾਇਓਗ੍ਰਾਫੀ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਸਵੈ ਜੀਵਨੀ ਜੋ ਲਿਖੀ ਸੀਗੀ ਉਸ ਦਾ ਨਾਮ ਸੀਗਾ ਤੁਜ਼ਕੇ ਜਹਾਂਗੀਰੀ। ਇਸ ਦੇ ਬਾਰੇ ਸਾਡੇ ਤੋਂ ਕੁਐਸਚਨ ਪੁੱਟ ਕੀਤਾ ਹੋਇਆ। ਅੱਗੇ ਨੂੰ ਕੁਐਸਚਨ ਇਹ ਵੀ ਆ ਸਕਦਾ ਕਿ ਤੁਜ਼ਕੇ ਜਹਾਂਗੀਰੀ ਕਿਹੜੀ ਭਾਸ਼ਾ 'ਚ ਲਿਖੀ ਹੋਈ ਆ, ਫਰਾਂਸੀਸੀ ਦੇ ਵਿੱਚ, ਫਰਾਂਸੀਸੀ ਹੋਈ ਨਾ ਕੁਐਸਚਨ ਸਾਡੇ ਕੋਲੇ, ਹਾਂ ਫਾਰਸੀ, ਫਰਾਂਸੀਸੀ ਤੇ ਫਾਰਸੀ 'ਚ ਫਰਕ ਆ, ਫਾਰਸੀ ਦੇ ਵਿੱਚ ਲਿਖੀ ਹੋਈ ਆ, ਠੀਕ ਹੈ। ਨੈਕਸਟ ਕੁਐਸਚਨ ਅਸੀਂ ਡਿਸਕਸ ਕਰ ਰਹੇ ਹਾਂ ਕਿ ਭਾਰਤ ਅਤੇ ਪਾਕਿਸਤਾਨ ਦੀ ਸੀਮਾ ਕਿਸ ਦੁਆਰਾ ਨਿਸ਼ਚਿਤ ਕੀਤੀ ਗਈ ਸੀ। ਇਹ ਸੀਗੀ ਸਰ ਸਿਰਲ ਰੈਡਕਲਿਫ ਦੁਆਰਾ। ਇਹਦਾ ਵੈਰੀ ਇੰਪੋਰਟੈਂਟ ਕੁਐਸਚਨ ਹੈ ਤੇ ਵੈਰੀ ਕਾਮਨ ਕੁਐਸਚਨ ਹੈ ਇਹ। ਨੈਕਸਟ, ਮਨੁੱਖ ਦੁਆਰਾ ਵਰਤੀ ਗਈ ਸਭ ਤੋਂ ਪਹਿਲੀ ਧਾਤ ਕਿਹੜੀ ਸੀਗੀ। ਮਨੁੱਖ ਦੁਆਰਾ ਵਰਤੀ ਗਈ ਸਭ ਤੋਂ ਪਹਿਲੀ ਧਾਤ ਸੀਗੀ ਤਾਂਬਾ, ਜਿਸ ਨੂੰ ਅਸੀਂ ਕਾਪਰ ਕਹਿ ਦਿੰਦੇ ਹਾਂ। ਨੈਕਸਟ ਸਾਡੇ ਕੋਲੇ ਆਈ ਥਿੰਕ ਆ ਕੁਐਸਚਨ ਰਹਿ ਗਿਆ ਇੱਕ, ਹੇਠ ਲਿਖਿਆਂ ਵਿੱਚੋਂ ਸਭ ਤੋਂ ਪਹਿਲਾਂ ਕਿਸ ਨੇ ਪ੍ਰੈਸ ਸੈਂਸਰਸ਼ਿਪ ਲਾਗੂ ਕੀਤੀ ਸੀਗੀ। ਇਹ ਕੀਤੀ ਸੀਗੀ ਵੈਲਸਲੇ ਨੇ। ਸਭ ਤੋਂ ਪਹਿਲਾਂ ਜਿਹੜੀ ਪ੍ਰੈਸ ਸੈਂਸਰਸ਼ਿਪ ਸੀਗੀ ਉਹ ਵੈਲਸਲੇ ਨੇ ਲਾਗੂ ਕੀਤੀ ਸੀਗੀ। ਨੈਕਸਟ ਸਾਡੇ ਕੋਲੇ ਕੁਐਸਚਨ ਆ ਰਿਹਾ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਭਾਰਤ ਦਾ ਪਹਿਲਾ ਸ਼ਾਸਕ ਮੰਨਿਆ ਜਾਂਦਾ ਹੈ। ਸਾਡੇ ਕੋਲੇ ਆਪਸ਼ਨਸ ਨੇਗੀਆਂ ਚੰਦਰਗੁਪਤ ਮੌਰੀਆ, ਅਸ਼ੋਕ, ਕਨਿਸ਼ਕ ਜਾਂ ਫਿਰ ਚੰਦਰਗੁਪਤ ਵਿਕਰਮਦਿੱਤਿਆ। ਤਾਂ ਇਸ ਦਾ ਜੋ ਸਹੀ ਆਨਸਰ ਹੈ ਸਾਡੇ ਕੋਲੇ ਉਹ ਹੈ ਚੰਦਰਗੁਪਤ ਮੌਰੀਆ। ਨੈਕਸਟ ਸਾਡੇ ਕੋਲੇ ਕੁਐਸਚਨ ਆ ਕਿ ਮੈਗਨਸਥੀਨੀਜ਼ ਕਿਸ ਦਾ ਦੂਤ ਸੀਗਾ। ਅਲੈਗਜ਼ੈਂਡਰ ਦਾ, ਯੂਨਾਨੀ ਦਾ, ਡੈਰੀਅਸ ਦਾ ਜਾਂ ਫਿਰ ਸਿਲਿਊਕਸ ਦਾ। ਤਾਂ ਇਹ ਜੋ ਦੂਤ ਸੀ ਮੈਗਨਸਥੀਨੀਜ਼ ਉਹ ਸੈਲਿਊਕਸ ਦਾ ਸੀਗਾ। ਨੈਕਸਟ ਸਾਡੇ ਕੋਲੇ ਕੁਐਸਚਨ ਆ ਰਿਹਾ ਕਿ ਕਿਸ ਮੁਗਲ ਰਾਜੇ ਦੇ ਰਾਜ ਦੇ ਸਮੇਂ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਨੇ ਭਾਰਤ ਵਿੱਚ ਫੈਕਟਰੀ ਖੋਲ੍ਹੀ ਸੀ। ਹੁਣ ਦੇਖੋ, ਅਗਰ ਅਸੀਂ ਕਾਮਨ ਸੈਂਸ ਦੇ ਉੱਪਰ ਕੁਐਸਚਨ ਸੋਲਵ ਕਰਨਾ ਹੋਵੇ ਤਾਂ ਅਸੀਂ ਬਹੁਤ ਆਸਾਨੀ ਨਾਲ ਕਰ ਸਕਦੇ ਹਾਂ। ਪਿਛਲੇ ਕਿਸੇ ਇੱਕ ਪੇਪਰ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅੰਗਰੇਜ਼ ਐਜ਼ ਅ ਟ੍ਰੇਡਰ ਕਦੋਂ ਆਏ ਸੀਗੇ। ਉਹ 1600 ਦੇ ਵਿੱਚ ਉਹਨਾਂ ਨੇ ਐਂਟਰੀ ਕੀਤੀ ਸੀਗੀ। ਓਬਵੀਅਸ ਆ ਕਿ ਅਗਰ ਉਹਨਾਂ ਨੇ 1600 'ਚ ਐਂਟਰੀ ਕੀਤੀ ਸੀਗੀ ਆਉਂਦੇ ਹੀ ਐਕਟਿਵ ਹੋ ਗਏ ਸੀਗੇ ਕਿ ਨਹੀਂ ਵੀ ਹੁਣ ਆਪਾਂ ਨੇ ਪੋਲੀਟੀਕਲੀ ਐਕਟਿਵ ਹੋਣਾ ਹੈ, ਆਪਾਂ ਮਾੜਾ ਮੋਟਾ ਆਲੇ ਦੁਆਲੇ ਦੇਖਦੇ ਹਾਂ। ਤਾਂ ਉਹਨਾਂ ਨੇ ਪਹਿਲੀ ਫੈਕਟਰੀ ਖੋਲ੍ਹੀ ਸੀਗੀ। ਕਿਹਦੇ ਰਾਜ 'ਚ ਖੋਲ੍ਹੀ ਹੋਊਗੀ? ਅਤੇ ਅਸੀਂ ਹੁਣੇ ਉੱਪਰ ਪੜ੍ਹ ਕੇ ਹਟੇ ਹਾਂ ਕਿ 1605 ਤੋਂ ਲੈ ਕੇ 1600 ਆਈ ਥਿੰਕ 27 ਤੱਕ ਕੌਣ ਰਹੇਗਾ? ਹਾਂ 27 ਤੱਕ ਕੌਣ ਰਹੇਗਾ? ਜਹਾਂਗੀਰ ਸੀਗਾ ਸਾਡੇ ਕੋਲੇ। ਤਾਂ ਫਿਰ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਹੋਊਗੀ? 1600 ਦੇ ਵਿੱਚੋਂ ਆਏ, ਆਨ ਸਰ ਫੈਕਟਰੀ ਥੋੜੀ ਖੋਲ ਲੈਣਗੇ, ਮਾੜਾ ਮੋਟਾ ਥੋੜਾ ਟਾਈਮ ਵੀ ਤਾਂ ਸਪੈਂਡ ਕਰਨਗੇ ਨਾ, ਆਹੀ ਦਿਨਾਂ ਦੇ ਵਿੱਚ ਖੋਲਣਗੇ, ਆਹੀ ਸਾਲਾਂ ਦੇ ਵਿੱਚ ਖੋਲਣਗੇ ਕਿਸੇ ਨਾ ਕਿਸੇ ਪਾਸੇ। ਤਾਂ ਕੌਣ ਕਿਹਦੇ ਰਾਜ ਦੇ ਵਿੱਚ ਖੋਲ ਰਹੇ ਨੇ? ਉਹ ਜਹਾਂਗੀਰ ਦੇ। ਮੇਰਾ ਖਿਆਲ ਹੈ ਕਿ ਅਗਰ ਸਾਨੂੰ ਮਾੜਾ ਮੋਟਾ ਆਲੇ ਦੁਆਲੇ ਦੀ ਨੌਲੇਜ ਹੋਵੇ ਤਾਂ ਅਸੀਂ ਕੋਰਿਲੇਟ ਕਰਕੇ ਵੀ ਜਿਹੜਾ ਆਨਸਰ ਆ ਉਹ ਸਹੀ ਦੇ ਸਕਦੇ ਹਾਂ, ਠੀਕ ਹੈ। ਨੈਕਸਟ ਸਾਡੇ ਕੋਲੇ ਕੁਐਸਚਨ ਆ ਰਿਹਾ ਹੈ ਕਿ ਭਾਰਤ ਛੱਡੋ ਅੰਦੋਲਨ 1942 ਦੌਰਾਨ ਕਰੋ ਜਾਂ ਮਰੋ, ਵੈਰੀ ਫੇਮਸ ਸਲੋਗਨ ਹੈ। ਕਿਸ ਨੇ ਦਿੱਤਾ ਸੀਗਾ? ਤਾਂ ਪਤਾ ਹੀ ਹੈ, ਸਭ ਨੂੰ ਹੀ ਪਤਾ ਹੈ ਕਿ ਮਹਾਤਮਾ ਗਾਂਧੀ ਨੇ ਕਿਹਾ ਸੀਗਾ ਕਿ ਕਰੋ ਜਾਂ ਮਰੋ। ਇਸ ਤੋਂ ਬਾਅਦ ਸਾਡੇ ਕੋਲੇ ਦ ਹਿੰਦੂਜ਼ ਐਨ ਅਲਟਰਨੇਟਿਵ ਹਿਸਟਰੀ ਕਿਤਾਬ ਕਿਸ ਨੇ ਲਿਖੀ ਸੀਗੀ? ਸ਼ੋਭਾ ਡੇ, ਬੀ ਆਰ ਅੰਬੇਦਕਰ, ਵੈਂਡੀ ਡੋਨੀਗਰ ਜਾਂ ਫਿਰ ਸਲਮਾਨ ਰੁਸ਼ਦੀ। ਇਸ ਦਾ ਸਹੀ ਆਨਸਰ ਹੈ ਵੈਂਡੀ ਡੋਨੀਗਰ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਸ਼ਿਲਾ ਲੇਖ ਦੇ ਅਧਿਐਨ ਨੂੰ ਕੀ ਕਹਿੰਦੇ ਹਨ? ਐਪੀਗ੍ਰਾਫੀ, ਨਿਊਮਿਸਮੈਟਿਕਸ, ਆਰਕੀਓਲੋਜੀ ਜਾਂ ਫਿਰ ਫਿਲੋਸਫੀ। ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਐਪੀਗ੍ਰਾਫੀ। ਅਸੀਂ ਮੇਰਾ ਖਿਆਲ ਹੈ ਕਿ ਪਹਿਲਾਂ ਵੀ ਇਹ ਕੁਐਸਚਨ ਕਰ ਚੁੱਕੇ ਹਾਂ। ਅਗਰ ਨਹੀਂ ਕੀਤਾ ਤਾਂ ਅਸੀਂ ਜਦੋਂ ਹਿਸਟਰੀ ਦਾ ਪਹਿਲਾ ਹੀ ਚੈਪਟਰ ਸ਼ੁਰੂ ਕਰਾਂਗੇ ਤਾਂ ਉਹਦੇ ਵਿੱਚ ਸਾਡੇ ਕੋਲੇ ਇਹੀ ਕੁਛ ਆਉਣਾ ਹੈ, ਐਪੀਗ੍ਰਾਫੀ ਕੀ ਹੁੰਦੀ ਹੈ, ਆਰਕੀਓਲੋਜੀ ਕੀ ਹੁੰਦੀ ਹੈ। ਨੈਕਸਟ ਸਾਡੇ ਕੋਲੇ ਕੁਐਸਚਨ ਆ ਰਿਹਾ ਹੈ 120 ਨੰਬਰ ਕੁਐਸਚਨ ਕਿ ਮੁਗਲ ਕਾਲ ਦੀਆਂ ਦੋ ਮਹੱਤਵਪੂਰਨ ਬੰਦਰਗਾਹਾਂ ਮਹਾਨਗਰੀਆਂ ਦੇ ਨਾਮ ਦੱਸੋ। ਆਪਸ਼ਨਸ ਨੇ ਸਾਡੇ ਕੋਲੇ ਮਦੁਰਾਈ ਤੇ ਵਾਰਾਣਸੀ, ਮੰਗਲੌਰ ਤੇ ਅਹਿਮਦਾਬਾਦ, ਅਹਿਮਦਾਬਾਦ ਤੇ ਸੋਨਾਰਗਾਂਵ ਜਾਂ ਫਿਰ ਸੋਨਾਰਗਾਂਵ ਤੇ ਕਾਲੀਕਟ। ਤਾਂ ਇਸ ਦਾ ਜੋ ਸਹੀ ਆਨਸਰ ਸਾਡੇ ਕੋਲੇ ਉਹ ਹੈ ਸੋਨਾਰਗਾਂਵ ਤੇ ਕਾਲੀਕਟ। ਸੋ ਗਾਇਜ਼ ਇੱਥੇ ਸਾਡੇ 91 ਤੋਂ ਲੈ ਕੇ 120 ਕੁਐਸਚਨ ਪੂਰੇ ਹੁੰਦੇ ਨੇ। ਇਸ ਤੋਂ ਅੱਗੇ ਅਸੀਂ ਕਰਾਂਗੇ ਆਪਣੇ ਸੈਕਿੰਡ ਪਾਰਟ ਦੇ ਵਿੱਚ 121 ਤੋਂ ਲੈ ਕੇ 150 ਤੱਕ ਆਪਣੇ ਸੈਕਿੰਡ ਪਾਰਟ ਦੇ ਵਿੱਚ ਕਰਾਂਗੇ। ਤੁਹਾਨੂੰ ਮੈਂ ਫੇਰ ਕਹਿ ਰਿਹਾ ਕਿ ਆਪਣਾ ਟੈਲੀਗ੍ਰਾਮ ਦੇ ਉੱਪਰ ਜਿੰਨਾ ਤੁਸੀਂ ਐਕਟਿਵ ਰਹੋਗੇ ਉਨੀ ਚੰਗੀ ਗੱਲ ਹੈ, ਕਿਉਂਕਿ ਉੱਥੇ ਤੁਹਾਡੀ ਪ੍ਰੈਕਟਿਸ ਹੋ ਰਹੀ ਹੈ, ਠੀਕ ਹੈ। ਬਹੁਤ ਬਹੁਤ ਸ਼ੁਕਰੀਆ।
ਅਗਰ ਤੁਹਾਨੂੰ ਕਿਸੇ ਕੁਐਸਚਨ ਤੇ ਡਾਊਟ ਆ, ਕੋਈ ਕੁਐਸਚਨ ਸਮਝਣਾ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ, ਜਾਂ WhatsApp ਤੁਹਾਨੂੰ ਪਤਾ ਹੀ ਹੈ ਕਿ WhatsApp ਤੇ ਵੀ ਸਾਡਾ ਇਹ ਵਾਲਾ ਚੈਨਲ ਚੱਲ ਰਿਹਾ ਹੈ ਗੂਗਲ, ਤੁਸੀਂ ਲਿੰਕ ਦੇ ਜ਼ਰੀਏ ਉੱਥੇ ਜੁਆਇਨ ਹੋ ਸਕਦੇ ਹੋ। ਅਗਰ ਨਹੀਂ ਹੋਏ ਤਾਂ ਉੱਥੇ ਤੁਸੀਂ ਮੈਨੂੰ ਸਿੱਧਾ ਕੰਟੈਕਟ ਕਰ ਸਕਦੇ ਹੋ, ਤੁਸੀਂ ਸਿੱਧਾ ਮੈਨੂੰ ਮੈਸੇਜ ਕਰ ਸਕਦੇ ਹੋ। ਥੈਂਕ ਯੂ।